ਅੱਜ ਅਸੀਂ ਜਿਹੜਾ ਈਡੀ ਦਾ ਝੂਠ ਦਾ ਪੁਲੰਦਾ ਕੱਲ ਫਾਈਲ ਕੀਤਾ ਹਾਈ ਕੋਰਟ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਪੂਰਾ ਇੱਕ ਵੱਡਾ ਦਸਤਾਵੇਜ਼ ਆ ਕੋਈ 80 ਪੇजेस ਦਾ ਮੇਰੇ ਨਾਲ ਤੋਲਕ ਰੱਖਣ ਵਾਲਾ ਜਾਂ ਸਾਡੇ ਨਾਲ ਤੋਲਕ ਰੱਖਣ ਵਾਲੇ ਦੇ 6-7 ਪੇजेस ਨੇ ਰੈਲੇਵੈਂਟ ਬਾਕੀ ਸਭ ਇਰਰੈਲੇਵੈਂਟ ਮਟੀਰੀਅਲ ਝੂਠ ਦਾ ਪੁਲੰਦਾ ਇਸ ਲਈ ਕਿਹਾ ਕਿ ਇਹਦੇ ਚ ਬਹੁਤ ਬੇਬੁਨਿਆਦ ਇਲਜ਼ਾਮ ਸਾਡੇ ਉੱਤੇ ਕਿ ਇਹਨਾਂ ਦੇ ਕੋਲ ਅਨਅਕਾਊਂਟਡ ਵੈਲਥ ਹੈ ਅਨਅਕਾਊਂਟਡ ਪੈਸਾ ਹੈ और एक प्री प्लान तरीके ਨਾਲ ਜਿੱਦਾਂ ਕਿਸੇ ਦਾ ਕੈਰੈਕਟਰ ਅਸੈਸੀਨੇਸ਼ਨ ਕਰਨਾ ਹੁੰਦਾ ਕਿਸੇ ਦੇ ਖਿਲਾਫ ਵਿਲੀਫਿਕੇਸ਼ਨ ਕੈਂਪੇਨ ਚਲਾਉਣਾ ਕਹਿੰਦਾ ਆਰਗੇਨਾਈਜ਼ਡ ਤਾਂ ਕਿ ਮੇਰੀ ਛਵੀ ਖਰਾਬ ਹੋਵੇ ਲੋਕਾਂ ਦੇ ਵਿੱਚ ਇਸ ਨਜ਼ਰੀਏ ਦੇ ਨਾਲ ਈਡੀ ਨੇ ਨਾ ਸਿਰਫ ਪਹਿਲਾਂ ਸਾਡੇ ਉੱਤੇ ਰੇਡ ਕੀਤੇ ਪਰ ਉਸ ਤੋਂ ਬਾਅਦ ਜਿਹੜਾ ਅਸੀਂ ਹਾਈ ਕੋਰਟ ਗਏ ਆ ਉਹਦੇ ਰਿਸਪੌਂਸ ਵਿੱਚ ਜਿਹੜਾ ਕੱਲ ਐਫੀਡੇਵਿਟ ਫਾਈਲ ਕੀਤਾ ਇਸ ਨੂੰ ਮੈਂ ਇੱਕ ਬੰਡਲ ਆਫ ਲਾਈਜ਼ ਇਟਸ ਅ ਕੌਕ ਐਂਡ ਹੋਲ ਸਟੋਰੀ I trashed, debunked everything. और मुझे अफसोस है कि बड़े बड़े अखबार ने अद्धा सफा पूरा अद्धा सफा साढ़े इस ऊल जलूल जी कहानी बनाई वो साढ़े खिलाफ दिते कई ने तो यह भी नहीं मुनासिब समझा कि इन्हों का रिएक्शन ही ले लिया मैं उम्मीद करता कि जो प्रिंट मीडिया वा जो रिस्पॉन्सिबल मीडिया इस देश का वो अज सानू अद्धा सफा नहीं तो एक चौथा हिस्सा पेज का जरूर देगा ताकि मैं अपनी गल नूं अपनी सफाई दे सकां ਅਸੀਂ ਬੇਗੁਨਾਹ ਹਾਂ ਅਸੀਂ ਅਰਸੇ ਤੋਂ ਮੈਂ ਤੇ ਮੇਰਾ ਪਰਿਵਾਰ ਅਸੀਂ ਭ੍ਰਿਸ਼ਟਾਚਾਰ ਤੇ ਜ਼ਿਆਦਤੀਆਂ ਤੇ ਹਰ ਕਿਸਮ ਦੀ ਬੇਇਨਸਾਫੀ ਦੇ ਖਿਲਾਫ ਅਰਸੇ ਤੋਂ ਲੜਦੇ ਆ ਰਹੇ ਹਾਂ ਆਏ ਗੁਰਸੇ ਕਿ ਆ ਜਿਹੜਾ ਬੀਜੇਪੀ ਦੀ ਸਰਕਾਰ ਨੇ ਤੇ ਈਡੀ ਨੇ ਸਾਡੇ ਤੇ ਹਮਲਾ ਕੀਤਾ ਦਿਸ ਇਜ਼ ਲਾਈਕ ਸ਼ੂਟਿੰਗ ਦ ਮੈਸੇਂਜਰ ਦਿਸ ਇਜ਼ ਲਾਈਕ ਜਿਹੜਾ ਇਹਨਾਂ ਨੇ ਸਾਡੇ ਉਹਨਾਂ ਨੇ ਸਾਡੇ ਤੇ ਯਤਨ ਕੀਤਾ ਕਿ ਇਹਨਾਂ ਦੀ ਆਵਾਜ਼ ਬੰਦ ਕਰਾਈਏ ਇਹਨਾਂ ਨੂੰ ਧਮਕਾਓ ਇਹਨਾਂ ਦੀਆਂ ਬਾਹਾਂ ਤੋੜੋ और इस एजेंसी का दुरुपयोग किया बीजेपी सरकार ने क्योंकि मैं काफी अरसे तो किसान अंदोलन का हमेती नहीं सिर्फ ਉਹਦੇ प्रोएक्टिव रोल प्ले किया नवरीत ਸਿੰਘ ਡਿਪਟਵਾ ਦੇ ਕੇਸ ਨੂੰ ਖਾਸ ਤੌਰ ਤੇ ਜਦੋਂ ਕਿਸੇ ਨੇ ਵੀ ਨਹੀਂ ਚੱਕਿਆ ਸੀਗਾ ਜਦੋਂ ਕਿਸਾਨ ਅੰਦੋਲਨ ਦੇ ਆਗੂਆਂ ਨੇ ਵੀ ਉਹਦੇ ਧਿਆਨ ਦਿੱਤਾ ਉਸ ਦਾ ਲੜਾਈ ਲੜ ਕੇ ਦਿੱਲੀ ਹਾਈ ਕੋਰਟ ਵਿੱਚ ਉਹਦੇ ਪਰਿਵਾਰ ਹਰਦੀਪ ਸਿੰਘ ਦਾਦਾ ਜੀ ਨੂੰ ਉੱਥੇ ਪਹੁੰਚਦਾ ਕਰਕੇ ਤੇ ਪੁਲਿਸ ਤੇ ਦਿੱਲੀ ਦੀ ਸਰਕਾਰ ਬੀਜੇਪੀ ਨੂੰ ਕਟਘਰੇ ਵਿੱਚ ਖੜਾ ਕੀਤਾ ਇਹ ਗੱਲਾਂ ਉਹਨਾਂ ਨੂੰ ਚੁੱਪਦੀਆਂ ਨੇ और इतनी बस नहीं मैं ये गल पीछे चल जाऊँ मैं I have been opposing BJP ever since they abrogated even Article 370 जम्मू कश्मीर सारा देश सारियां पॉलिटिकल पार्टियां आज के कुछ फर्जी जिहड़े दिल्ली च हुण रोंदे ने कि साडे सूबे दे अधिकार कट दित्ते गए ने अरविंद केजरीवाल वर्गे इन्हां ने 370 की सपोर्ट की सी I was one of the very few people in this country जिन्हां ने ये कहा कि सरासर गलत है कि फेडरल ढांचे दे उत्ते डाका वा तुसीं एक बनी बनाई स्टेट नूं दो टोटे करके तुसीं उन्हां दी तौहीन कीती है ते इह गल्लां चुभदियां ने CAA दा विरोध कीता दिल्ली विच जिहड़े दंगे कराए गए ऑर्गेनाइज स्टेट स्पॉन्सर्ड राइट्स दा किसी वेले सिख कतलेआम होया सी 84 च ऐ उस दी तर्ज ते CAA दे शाहीन बाग दे मोर्चे दे दौरान जिहड़े उत्थे दंगे कराए गए ਉਹਦਾ ਵਿਰੋਧ ਕੀਤਾ ਇਹ ਕਿਤੇ ਨਾ ਕਿਤੇ ਬੀਜੇਪੀ ਦੇ ਖੇਮਿਆਂ ਵਿੱਚ ਸਾਡਾ ਵਿਰੋਧ ਖਟਕਦਾ ਸੀਗਾ ਉਹਨਾਂ ਨੇ ਬਾਕੀ ਸਾਰੇ ਕਰਪਟ ਬੰਦੇ ਨੇ ਜਿਹੜੇ ਪੋਲੀਟੀਸ਼ੀਅਨ ਨੇ ਸਾਰੇ ਦੇਸ਼ ਵਿੱਚ ਤੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਸੈਂਕੜੇ ਹਜ਼ਾਰਾਂ ਕਰੋੜਾਂ ਦਾ ਚੂਨਾ ਲਾ ਕੇ ਇਸ ਦੇਸ਼ ਨੂੰ ਲੁੱਟਿਆ ਉਹਨਾਂ ਵੱਲ ਈਡੀ ਤੇ ਏਜੰਸੀਆਂ ਨੇ ਕੋਈ ਧਿਆਨ ਨਹੀਂ ਕੀਤਾ ਤੇ ਮੇਰੇ ਵਰਗੇ ਇੱਕ ਨਿਮਾਣਾ ਵੀ ਕਹਿ ਸਕਦਾ ਇੱਕ ਬੇਗੁਨਾਹ ਬੰਦਾ ਵੀ ਕਹਿ ਸਕਦਾ ਮੇਰੇ ਖਿਲਾਫ ਐਡਾ ਵੱਡਾ ਰੇਡ ਕੀਤਾ ਗਿਆ ਔਰ ਗੱਲ ਸ਼ੁਗਲ ਦੀ ਸੁਣੋ ਤੁਸੀਂ ਕਿ ਮੇਰੇ ਖਿਲਾਫ ਅੱਜ ਤੱਕ ਕੋਈ FIR ਨਹੀਂ ਪਾਈ ਗਈ ਕਿਸੇ ਤਰ੍ਹਾਂ ਦਾ ਮੇਰੇ ਖਿਲਾਫ ਕੋਈ ਉਹਨਾਂ ਦੇ ਕੋਲ ਕੋਈ ਕੰਪਲੇਂਟ ਨਹੀਂ ਸਿਰਫ ECIR ਜਿਹੜੀ ਉਹਨਾਂ ਦੀ ਇਨ ਹਾਊਸ ਡਾਕੂਮੈਂਟ ਹੈ ਜਿਹੜਾ ਕਿਸੇ ਨੂੰ ਡਿਸਕਲੋਜ਼ ਨਹੀਂ ਕਰਦੇ ਉਹਦੇ ਆਧਾਰ ਦੇ ਉੱਤੇ ਕਿੱਡਾ ਵੱਡਾ ਰੇਡ ਮਾਰਿਆ 100-150 ਬੰਦਾ ਲੈ ਕੇ ਸਾਡੇ ਘਰਾਂ ਦੇ ਵਿੱਚ ਵੜ ਗਏ ਸਾਡੇ 2 PSOs ਨੂੰ ਕੋਰੋਨਾ ਪੋਜ਼ਿਟਿਵ ਕਰ ਗਏ ਨੇ ਔਰ ਹੁਣ ਜਦੋਂ ਅਸੀਂ ਹਾਈ ਕੋਰਟ ਗਏ ਹਾਈ ਕੋਰਟ ਵਿੱਚ ਪਹਿਲੇ ਰਿਐਕਸ਼ਨ ਵਿੱਚ ਉਹਨਾਂ ਦੇ ਜਿਹੜੇ ਐਡੀਸ਼ਨਲ ਸੋਲਿਸਿਟਰ ਜਨਰਲ ਪੇਸ਼ ਹੋਏ ਨੇ ਦਿੱਲੀ ਤੋਂ ਉਹਨਾਂ ਨੇ ਕਿਹਾ ਜੀ ਕਿ ਸੁਖਪਾਲ ਸਿੰਘ ਖਹਿਰਾ is not an accused but in this document they go one step ahead that he is not even aggrieved accused ਤੋਂ ਥੱਲੇ ਆ ਕੇ aggrieved ਵੀ ਨਹੀਂ ਤੇ ਜੇ ਅਸੀਂ aggrieved ਨਹੀਂ ਗਏ ਅਸੀਂ accused ਨਹੀਂ ਗਏ ਅਸੀਂ ਗੁਨਾਹਗਾਰ ਨਹੀਂ ਗਏ ਤੇ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਕਿ ਤੁਸੀਂ ਕਿਸੇ ਦੇ ਘਰਾਂ ਦੇ ਵਿੱਚ ਵੜ ਕੇ ਤੇ 100 150 ਮੁਲਾਜ਼ਮ ਪੁਲਿਸ ਵਾਲਾ ਭੇਜ ਕੇ ਤੁਸੀਂ ਸਾਡੇ ਘਰਾਂ ਦੇ ਵਿੱਚ ਗੈਰ ਕਾਨੂੰਨੀ ਰੇਡ ਕਰੋ ਔਰ ਸਾਰਾ ਕੁਝ ਜ਼ਬਤ ਕਰ ਤੋਂ ਲਿਜਾ ਕੇ ਮਨਘੜਤ ਕਹਾਣੀਆਂ ਪੇਸ਼ ਕਰੋ ਅੱਜ ਸਾਡੇ ਤੇ ਇਲਜ਼ਾਮ ਲਾਇਆ ਜੀ ਇਹਨਾਂ ਨੇ ਔਰ ਇਹ ਗੱਲ ਸੁਣ ਲਓ ਜਿਹੜੀ ਇਲਜ਼ਾਮ ਤਰਾਸ਼ੀ ਕੀਤੀ ਹੈ ਇਹ ਕੋਈ ਪਿਛਲੇ 2-3 ਮਹੀਨਿਆਂ ਦੇ ਬਾਰੇ ਨਹੀਂ ਗੱਲ ਕਰ ਰਹੇ ਹੋ 12 ਸਾਲ ਦਾ ਟਾਈਮ ਚੁੱਕ ਲਿਆ 12 ਸਾਲ ਦੇ ਮੇਰੇ ਸਾਰੇ ਅਕਾਊਂਟਸ ਦੀ ਡਿਟੇਲਸ ਲੈ ਕੇ ਤੇ ਸਾਡੇ ਤੇ ਇਲਜ਼ਾਮ ਲਾਤਾ ਕਿ ਜੀ ਇਹਨਾਂ ਦੇ ਕੋਲ
3 करोड़ 85 लाख अनअकाउंटेड इनकम इन खैराज अकाउंट्स। लुक एट द ड्रामा। और ये 3 करोड़ 85 लाख जो जिक्र कर रहे हैं भुल गए कि एग्रीकल्चरिस्ट भी नहीं, इन्होंने एग्रीकल्चर ਜਿਹੜੇ लिमिट्स बनाई ने बैंकों तो कर्जा चुक्या लगभग 3 करोड़ के करीब मेरा लोन है, उस लोन को भी अनअकाउंटेड इनकम के पाता तो लगभग 4 करोड़ रुपया बनाई जाते। 3 करोड़ रुपए का कर्जा उसको भी ये गिन के आमदन शो करके मेरे अकाउंट के 3 करोड़ 85 लाख रुपए की अनअकाउंटेड। दूसरा इल्जाम मेरे ते लाया उन्होंने, मैं तुहानू सारा दसदा। दूसरा इल्जाम लाते हैं जी कि इन्होंने 84 लाख रुपया कैश ट्रांसफर किया 12 साल। जो 84 को 12 ना तकसीम करिए तो 7 लाख रुपया कहते हैं कि हर साल अपने अकाउंट्स में कैश जमा किया। भुल गए कि मेरे को मेरी जमीन की लगभग 25 लाख रुपया सालाना जमीन तो आमदन है। मैं अपने घर के खर्चे कट कुट के करने तो बाद जे एक साल में उस 25 लाख रुपए 7 लाख रुपए जमा कराता, मैं कि मनी लॉन्ड्रिंग करती थी, मैं की गुनाह कर दिता, उन्होंने मनी लॉन्ड्रिंग का नाम दिता जा रहा। और ज्यादातर जो कैश डिपॉजिट्स गए ने पिछले 12 साल यानी कि 7 लाख रुपया एवरेज एक साल में, ये ज्यादातर मैं जिहड़ियां बैंकों को कर्जे चुके हुए एग्रीकल्चर लिमिट्स बनाई ने वो इंटरस्ट पेमेंट है, वो इंटरस्ट पेमेंट नूं मनी लॉन्ड्रिंग का नाम दिता गया। और मैनू ये कहते हैं जी कि इन्हां दी आमदन सिर्फ 99 लाख शो हुई है, अनअकाउंटेड वेल्थ इन्नी है। They forgot that I am an agriculturist, I have agricultural income also। और इस तो पहला कि मैं अगे चला, जिहड़ा काम ईडी ने सैकड़े बंदियां दा रेड मारिया ते कई हफ्तियां दी तहकीकात कीती ते हुण हाई कोर्ट तक आह फजूल बोगस साडे ते इल्जाम ला रहे ने। ये काम तां इनकम टैक्स कर सकदी सी, जे मेरिया अकाउंट्स नूं देखना, असेस करना कि कितना पैसा आया ते कितना इन्होंने खर्चा, जे 12 साल का करना सीगा ते इनकम टैक्स का एक इंस्पैक्टर मैनू सद लेंदा अपने दफ्तर दे विच ते मैं तो सारी डिटेल्स ले लेंदा, मैं सारी डिटेल्स दे देंदियां सीगियां। But unfortunately, because they had to make a sensation out of it, they had to show rest of Punjab कि जे ਅਸੀਂ ਤੁਹਾਡੇ ਸਾਬਕਾ ਲੀਡਰ ਆਫ ਆਪੋਜੀਸ਼ਨ ਦਾ ਆਹ ਹਾਲ ਕਰ ਸਕਦੇ ਆ ਤੇ ਜਿਹੜਾ ਵੀ ਆਦਮੀ ਪੰਜਾਬ ਦਾ ਉੱਠ ਕੇ ਕਿਸਾਨ ਅੰਦੋਲਨ ਦੀ ਸਪੋਰਟ ਕਰੇਗਾ ਜਾਂ बीजेपी की विरोध करेगा ਉਹਦਾ ਹਸ਼ਰ ਤੁਸੀਂ ਆਪਣੇ ਆਪ ਪੜਿਆ ਵਿਚਾਰ ਲਓ ਕਿ ਤੁਹਾਡਾ ਹਸ਼ਰ ਕੀ ਕਰਾਂਗੇ। ਇਸ ਇਰਾਦੇ ਦੇ ਨਾਲ ਜਿਹੜਾ ਈਡੀ ਦਾ ਰੇਟ ਸੀਗਾ ਔਰ ਬਾਅਦ ਵਿੱਚ ਜਿਹੜਾ ਇੱਕ ਵੈਲ ਪਲਾਨ ਤਰੀਕੇ ਨਾਲ ਪਹਿਲੇ ਦਿਨ ਤੁਹਾਨੂੰ ਯਾਦ ਹੋਵੇਗਾ ਕਿ ਜਿਹੜੀ ਪ੍ਰੈਸ ਰਿਲੀਜ਼ ਕੀਤੀ ਈਡੀ ਨੇ ਇਹਨਾਂ ਕੋ ਫਰਜ਼ੀ ਪਾਸਪੋਰਟ ਕਿੱਥੇ ਫਰਜ਼ੀ ਪਾਸਪੋਰਟ, ਇਸ ਐਫੀਡੇਵਿਟ ਵਿੱਚ ਫਰਜ਼ੀ ਪਾਸਪੋਰਟ ਦਾ ਜ਼ਿਕਰ ਵੀ ਨਹੀਂ ਕਰ, ਕਿਸੇ ਬੇਨਾਮੀ ਅਕਾਊਂਟ ਦਾ ਜ਼ਿਕਰ ਨਹੀਂ ਕਰ, ਕਿਸੇ ਡਰਗ ਮਨੀ ਦਾ ਆਥੈਂਟੀਕੇਟਡ ਜ਼ਿਕਰ ਨਹੀਂ ਕਰ, ਕਿਸੇ ਮਨੀ ਲੌਂਡਰਿੰਗ ਦਾ ਆਥੈਂਟੀਕੇਟਡ प्रूफ समेत कोई जिक्र नहीं गा, सिर्फ बस कहानियां बना के उस लिखी जाते हैं। फिर अगे आते हैं कहते जी तुहाडे सन इन लॉ ने 64 लाख रुपया तुहाडे अकाउंट पर। पहला दसो मैनू कि अपने गरीबी रिश्तेदारां तो पैसा उधार लेना या उन्हां दे नाल कोई बिजनेस करना गुनाह है इस देश दे विच। मेरे सन इन लॉ ने ते मेरे बेटे ने रल के एक छोटी जी एंटरप्रेन्योरशिप कंस्ट्रक्शन की एक छोटी जी कंपनी बनाई या फर्म, प्राइवेट लिमिटेड नहीं बनाई। ਉਹਦੇ ਵਿੱਚ ਜਿਹੜਾ ਸੀਡ ਮਨੀ ਪਾਇਆ ਇਹਨਾਂ ਨੇ ਲਗਭਗ 20 ਲੱਖ ਰੁਪਇਆ ਅਕਾਊਂਟ ਚੋਂ ਟ੍ਰਾਂਸਫਰ ਕੀਤਾ ਮੇਰੇ ਸਾਲੇ ਨੂੰ ਆਪਣੇ ਪਰਸਨਲ ਅਕਾਊਂਟ ਚੋਂ, ਕੈਪੀਟਲ ਟੂ ਰਨ ਦੈਟ ਸਮਾਲ ਕੰਸਟਰਕਸ਼ਨ ਕੰਪਨੀ, ਉਹਨੂੰ ਵੀ ਮਨੀ ਲਾਂਡਰਿੰਗ ਦੇ ਵਿੱਚ ਕਨਵਰਟ ਕਰ ਦਿੱਤਾ। ਉਸ ਤੋਂ ਇਲਾਵਾ ਜਿਹੜਾ ਮੇਰਾ ਬੇਟਾ ਹੈ ਉਹ ਮੇਰੇ ਸਾਲੇ ਲਾਅ ਦੀ ਫਰਮ ਦਾ ਲੀਗਲ ਐਡਵਾਈਜ਼ਰ ਹੈ, ਉਹਨਾਂ ਦਾ ਰਿਟੇਨਰ ਹੈ। ਜਿਹੜੇ ਵੀ ਕੇਸਿਸ ਆਉਂਦੇ ਨੇ ਅਦਾਲਤਾਂ ਵਿੱਚ ਉਹ ਲੜਨ ਦਾ ਜ਼ਿੰਮਾ ਉਹਨਾਂ ਨੇ ਮਹਿਤਾਬ ਸਿੰਘ ਖਹਿਰਾ ਨੂੰ ਦਿੱਤਾ ਹੋਇਆ, ਭਰੋਸੇਯੋਗ ਸਮਝ ਕੇ ਕਿ ਸਾਡੇ ਰਿਸ਼ਤੇਦਾਰ ਆ, ਸਾਡੇ ਪਰਿਵਾਰ ਦਾ ਜਿਹੜੇ ਉਹਨੂੰ ਰਿਟੇਨਰਸ਼ਿਪ ਦਿੰਦੇ ਨੇ ਹਰ ਮਹੀਨੇ ਦੀ, ਉਹਨੂੰ ਵੀ ਮਨੀ ਲਾਂਡਰਿੰਗ ਵਿੱਚ ਪਾ ਦਿੱਤਾ। ਇੱਥੇ ਬਸ ਨਹੀਂ, ਆ ਪਿੱਛੇ ਤੇ ਮੈਨੂੰ ਲੋੜ ਸੀਗੀ ਕਿਉਂਕਿ ਮੇਰਾ ਇੱਕ ਅਕਾਊਂਟ ਐਨਪੀਏ ਹੋ ਰਿਹਾ ਸੀਗਾ, ਮੇਰਾ ਅਕਾਊਂਟ ਡਿਫਾਲਟ ਵਿੱਚ ਚਲੇ ਗਿਆ ਸੀਗਾ। ਅਗਰ ਐਨਪੀਏ ਹੋ ਜਾਂਦੀ ਮੇਰੀ ਉਹ ਬੈਂਕ ਦੀ ਲਿਮਿਟ ਤਾਂ ਮੇਰਾ ਸਾਰਾ ਸਿਬਲ ਖਰਾਬ ਹੋ ਜਾਣਾ ਸੀ, ਮੇਰੇ ਫਾਈਨੈਂਸ਼ੀਅਲ ਪੋਜੀਸ਼ਨ ਖਰਾਬ ਹੋ ਜਾਣੀ ਸੀ। ਮੈਂ ਆਪਣੇ ਸਾਨੇ ਨੂੰ ਰਿਕੁਐਸਟ ਕੀਤਾ ਕਿ ਮੈਨੂੰ ਐਕਸ ਅਮਾਉਂਟ ਪੈਸੇ ਚਾਹੀਦੇ ਨੇ ਵਿਆਜ ਦੇਣ ਵਾਸਤੇ ਤਾਂ ਕਿ ਮੇਰਾ ਅਕਾਊਂਟ ਐਨਪੀਏ ਨਾ ਹੋਵੇ। ਉਹ ਵੀ ਉਹਨੇ ਬੈਂਕ ਰਾਹੀਂ ਭੇਜੇ ਮੈਨੂੰ, ਔਰ ਉਸੇ ਦਿਨ एंट्री करेक्ट जाऊगी, उस दिन वो पैसा चक के मैं जिहड़ा साडा कपूरथले दा कैपिटल बैंक है जिस तो मैं 1 करोड़ रुपए की लिमिट चुकी एक बैंक तो ਉਹਦਾ ब्याज की अदायगी करती, वो भी मनी लॉन्ड्रिंग है। देयरफॉर ਤਾਂ मैं कह रहा कि सरासर झूठी स्टोरी। अगे आ जाओ जी, अगे कहते हैं ये $1 लाख जी ਇਹਨਾਂ ਦਾ ਕੋਲ US डॉलर किस आधार ਦੇ ਉੱਤੇ आप ही लिख रहे हैं एफिडेविट ਵਿੱਚ कि दिस इज
सस्पिशियस ट्रांजैक्शन, आप ईडी कह रही सस्पिशियस। मैं ਤੁਹਾਡੇ ਸਾਹਮਣੇ ਕਹਿਣਾ ਚਾਹੁੰਦਾ ਕਿ ਇੱਕ ਨਵੇਂ ਪੈਸੇ ਦਾ ਰਵਾਦਾਰ ਨਹੀਂ ਕਰਨਾ। ਇਹ ਲਿਆਉਣ ਜਿਹੜੀਆਂ ਟ੍ਰਾਂਜੈਕਸ਼ਨ ਮੇਰੇ ਸਾਹਮਣੇ ਰੱਖਣਗੇ, ਜਦੋਂ ਇੱਕ ਐਂਟਰੀ ਦਾ ਜਵਾਬ ਮੈਂ ਦੇਣ ਨੂੰ ਤਿਆਰ ਹਾਂ। ਇੱਕ ਐਂਟਰੀ ਦਾ ਜਵਾਬ ਮੇਰੇ ਕੋਲ, ਸਾਡੇ ਕੋਲ ਪੂਰੀ ਡਿਟੇਲ ਵਿੱਚ ਹੈਗਾ। ਅਗਲਾ ਅਖੀਰਲਾ ਇਲਜ਼ਾਮ ਲਾਉਂਦੇ ਨੇ ਕਿ ਜਿਹੜਾ ਟੋਟਲ ਕੇਸ ਜੋੜਿਆ ਨਾ, ਪਹਿਲਾਂ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ। देयर इज नो एफआईआर अगेंस्ट मी, देयर इज नो केस in the ED against me, there is no scheduled offense against me at all. what they have done is ਉਹਨਾਂ ਨੇ ਜਿਹੜੀ 2015 ਦੀ ਗੁਰਦੇਵ ਸਿੰਘ ਦੇ ਐਨਡੀਪੀਐਸ ਦੀ ਐਫਆਈਆਰ ਸੀ, ਉਹਨੂੰ ਚੁੱਕ ਕੇ ਉਸ ਐਫਆਈਆਰ ਦੇ ਆਧਾਰ ਦੇ ਉੱਤੇ ਸਾਨੂੰ ਡਰੱਗ ਮਨੀ ਦੇ ਨਾਲ ਇਨਵੋਲਵ ਕਰ ਰਹੇ ਨੇ। ਹੁਣ ਸੁਣੋ ਧਿਆਨ ਨਾਲ ਗੱਲ, ਗੁਰਦੇਵ ਸਿੰਘ ਮੇਰੇ ਹਲਕੇ ਦਾ ਮਾਰਕੀਟ ਕਮੇਟੀ ਦਾ ਸਾਬਕਾ ਚੇਅਰਮੈਨ ਸੀ। ਉਹ ਜਦੋਂ ਫੜਿਆ ਗਿਆ, ਸੁਭਾਵਕ ਹੈ ਕਿ ਉਹਨਾਂ ਨੇ ਮੈਨੂੰ ਅਪਰੋਚ ਕੀਤਾ, ਮੈਂ ਐਮਐਲਏ ਸੀਗਾ, ਉਹਦੀ ਭੈਣ ਇੰਗਲੈਂਡ ਰਹਿੰਦੀ ਸੀ, ਉਹਨੇ ਮੈਨੂੰ ਅਪਰੋਚ ਕੀਤਾ ਕਿ ਸਾਡੀ ਮਦਦ ਕਰੋ। ਜੇ ਮੈਂ ਗੁਨਾਹਗਾਰ ਹੁੰਦਾ ਤੇ ਮੈਂ ਪੁਲਿਸ ਨੂੰ ਥੋੜਾ ਟੈਲੀਫੋਨ ਕਰਦਾ ਗੁਰਦੇਵ ਵਾਸਤੇ। ਮੇਰੀਆਂ ਕਾਲ ਰਿਕਾਰਡਸ ਦਾ ਹਿੱਸਾ ਲੱਭ ਲਿਓ। ਉਸ ਵੇਲੇ ਡੀਆਈਜੀ ਸੀ ਅਮਰ ਸਿੰਘ ਚਾਹਲ ਫਿਰੋਜ਼ਪੁਰ ਰੇਂਜ ਦਾ, ਤੇ ਸ਼ਾਇਦ ਪਰਮਰਾਜ ਸਿੰਘ ਉਮਰਾ ਨੰਗਲ ਜਾਂ ਕੋਈ ਅਫਸਰ ਸੀਗਾ। ਮੈਂ ਉਹਨਾਂ ਨੂੰ ਫੋਨ ਕੀਤੇ ਔਰ ਫੋਨ ਕਰਕੇ ਸਿਰਫ ਇੰਨਾ ਕਿਹਾ ਕਿ ਮੇਰੀ ਕਨਸਟੀਟੂਐਂਸੀ ਦਾ ਇੱਕ ਆਦਮੀ ਜਿਹਦੇ ਤੇ ਪਹਿਲਾਂ ਕੋਈ ਇਲਜ਼ਾਮ ਨਹੀਂਗਾ, ਉਹ ਫੜਿਆ ਗਿਆ ਵਾ, ਕਿਰਪਾ ਕਰਕੇ ਉਹਦੇ ਨਾਲ ਕਿਸੇ ਤਰ੍ਹਾਂ ਦੇਖਣਾ ਕਿ ਕੋਈ ਜ਼ਿਆਦਤੀ, ਮਤਲਬ ਕਿ ਬੇਗੁਨਾਹ ਨਾ ਰਗੜਿਆ ਜਾਵੇ। ਬਸ ਇਹਨੂੰ ਵੀ ਉਹਨਾਂ ਨੇ ਡਰੱਗ ਦੇ ਨਾਲ ਜੋੜ ਕੇ ਉਸ ਵਕਤ ਅਕਾਲੀ ਦਲ ਦੀ ਸਰਕਾਰ ਸੀ, ਉਹਨਾਂ ਨੇ ਬੁਲੰਦਾ ਬਣਾ ਕੇ ਰੱਖ ਦਿੱਤਾ, ਪਰ ਕੀਤਾ ਕੁਝ ਨਹੀਂ, ਬਿਕੋਜ਼ ਦੇ ਹੈਡ ਨਥਿੰਗ ਅਗੇਂਸਟ ਅਦਰ ਦੈਨ ਕਾਲ ਰਿਕਾਰਡਸ। ਮੈਂ ਫਿਰ ਰਿਕਾਰਡ ਤੇ ਲੈ ਕੇ ਆ ਕੇ ਮੈਂ ਝੂਠਾਉਂਗਾ, ਆਈ ਵਿਲ ਕੁਇਟ ਪੋਲਿਟਿਕਸ। ਮੇਰਾ ਗੁਰਦੇਵ ਸਿੰਘ ਦੇ ਨਾਲ ਇੱਕ ਨਵੇਂ ਪੈਸੇ ਦਾ ਵਪਾਰ ਨਹੀਂਗਾ, ਮੇਰੀ ਕੋਈ ਉਹਦੇ ਨਾਲ ਬੈਂਕ ਟ੍ਰਾਂਜੈਕਸ਼ਨ ਗੁਰਦੇਵ ਸਿੰਘ ਨਾਲ ਨਹੀਂ ਗੀ, ਮੇਰੀ ਗੁਰਦੇਵ ਸਿੰਘ ਦੇ ਨਾਲ ਕੋਈ ਪ੍ਰਾਪਰਟੀ ਨਾਮੀ ਬੇਨਾਮੀ ਕੋਈ ਸਾਂਝੀ ਨਹੀਂ ਗੀ। ਇੱਕ ਨਵੇਂ ਪੈਸੇ ਦਾ ਚੀਚੀ ਜਿੰਨਾ ਵੀ ਕੁਝ ਨਹੀਂ ਕਰ ਸਕਦੇ ਇਹ, ਪਰ ਕਹਿੰਦੇ ਜੀ ਗੁਰਦੇਵ ਸਿੰਘ ਇਹਨਾਂ ਨੂੰ ਡਰੱਗ ਮਨੀ ਦੇ ਨਾਲ ਇਲੈਕਸ਼ਨਸ ਫੰਡ ਕਰਦਾ ਸੀ ਤੇ ਗੱਡੀਆਂ ਅਰੇਂਜ ਕਰਦਾ ਸੀ। ਕਿਹੜੀ ਇਲੈਕਸ਼ਨ ਜੀ? 2015 ਦਾ ਗ੍ਰਿਫਤਾਰ ਹੋਇਆ, ਉਹਨੂੰ ਜੇਲ੍ਹ ਭੇਜਤਾ, ਉਹਦੀ ਟ੍ਰਾਇਲ ਹੋਈ, 10-12 ਬੰਦਿਆਂ ਦੇ ਨਾਲ ਉਹਨੂੰ 20 ਸਾਲ ਕੈਦ ਹੋ ਗਈ, ਉਹ ਤਾਂ ਜੇਲ੍ਹ 'ਚ ਹੈ। ਮੇਰੀ ਕਿਹੜੀ ਇਲੈਕਸ਼ਨ ਉਹਨੇ ਫੰਡ ਕਰ ਦਿੱਤੀ? ਕਿਤੇ ਲਿਖਿਆ ਨਹੀਂਗਾ, ਸਿਰਫ ਕਹਾਣੀ ਬਣਾ ਕੇ। ਕਿਤੇ ਨਹੀਂ ਲਿਖਿਆ ਕਿ ਗੱਡੀ ਨੰਬਰ ਫਲਾਨੀ ਜਾਂ ਲੱਖ ਰੁਪਇਆ ਫਲਾਨੇ ਅਕਾਊਂਟ 'ਚੋਂ। ਨੋ, ਜਸਟ ਸਟੋਰੀ ਕੁੱਕ ਅਪ ਕਰਕੇ। ਤਾਂ ਮੈਂ ਕਿਹਾ ਬੰਡਲ ਆਫ ਲਾਇਰਸ, ਝੂਠ ਦਾ ਪੁਲੰਦਾ। ਇਹ ਤਾਂ ਕੱਲ ਨੂੰ ਮੈਂ ਲਿਖ ਦੂੰਗਾ ਕਿ ਟਰੰਪ ਨੂੰ ਮੈਂ 15 ਕਰੋੜ ਰੁਪਇਆ ਦਿੱਤਾ ਸੀਗਾ, ਕਹਿਣਾ ਹੀ ਆ, ਕਹਿ ਦਿਓ। ਇਸ ਤਰ੍ਹਾਂ ਨਾਲ ਮਨ ਘੜਤ ਕਹਾਣੀ ਬਣਾ ਕੇ ਜੀ ਕਿ ਗੁਰਦੇਵ ਇਹਨਾਂ ਨੂੰ ਪੈਸੇ ਦਿੰਦਾ ਸੀ। ਜੇ ਬੰਦਾ ਜੇਲ੍ਹ 'ਚ ਹੈ, ਜਿਹੜਾ ਬੰਦਾ ਸਜ਼ਾ ਯਾਫਤਾ ਵਾ, ਉਹ ਮੈਨੂੰ 2017 'ਚ ਕੀ ਪੈਸੇ ਦਊਗਾ? ਹੁਣ ਪਹਿਲਾਂ ਆ ਜਾਓ, ਤੋਂ 2015 ਤੋਂ ਪਹਿਲਾਂ ਗੁਰਦੇਵ ਸਿੰਘ ਦੇ ਉੱਤੇ ਕੋਈ ਐਫਆਈਆਰ ਨਹੀਂ ਸੀ। ਤਾਂ ਐਫਆਈਆਰ ਦਾ ਛੱਡੋ, ਕੰਪਲੇਂਟ ਵੀ ਨਹੀਂ ਸੀ। ਜੇ ਕੰਪਲੇਂਟ ਨਹੀਂ ਸੀ, ਐਫਆਈਆਰ ਨਹੀਂ ਸੀ, ਡਰੱਗ ਮਨੀ ਕਿੱਥੋਂ ਹੋ ਗਿਆ ਜੀ ਫਿਰ? ਪਰ ਇਹ ਤੋਂ ਇਲਾਵਾ ਵੀ ਮੈਂ ਕਹਿੰਦਾ 25 ਸਾਲ ਪਿੱਛੇ ਚੱਲ ਜਾਣ, ਗੁਰਦੇਵ ਸਿੰਘ ਦੇ ਨਾਲ ਮੇਰਾ ਤਾਲੁਕਾਤ ਸਾਬਤ ਕਰ ਦੇਣ ਕਿ ਪੈਸੇ ਦਾ ਲੈਣ ਦੇਣ ਸੀਗਾ। ਆਈ ਵਿਲ ਜਸਟ ਕੁਇਟ ਪੋਲਿਟਿਕਸ ਆਲ ਟੁਗੇਦਰ। ਈਡੀ ਉਡੀ ਤਾਂ ਛੱਡੋ, ਰਾਜਨੀਤੀ ਛੱਡ ਦਿਆਂਗੇ। ਇੱਕ ਨਵੇਂ ਪੈਸੇ ਦਾ ਮੇਰਾ ਰਵਾਦਾਰੀ, ਉਹਦੇ ਨਾਲ ਕੋਈ ਪ੍ਰਾਪਰਟੀ ਸਾਂਝੀ ਹੋਵੇ, ਨਥਿੰਗ ਐਟ ਆਲ। ਇਸ ਤਰ੍ਹਾਂ ਦਾ ਝੂਠਾ ਮੁਕੱਦਮਾ ਬਣਾ ਕੇ ਇਹ ਸਿਰਫ ਤੇ ਸਿਰਫ, ਜਿੱਦਾਂ ਮੈਂ ਪਹਿਲਾਂ ਕਿਹਾ, ਕਿ ਇੱਕ ਆਦਮੀ ਦੀ ਇਮੇਜ ਖਰਾਬ ਕਰਦੇ ਨੇ, ਡਰਾਉਂਦੇ ਨੇ, ਧਮਕਾਉਂਦੇ ਨੇ, ਔਰ ਹਾਈ ਕੋਰਟ ਵਿੱਚ ਜਾ ਕੇ ਕਹਿੰਦੇ ਸਾਡਾ ਗੁਨਾਹ ਕਰ ਨਹੀਂਗਾ। ਇਹ ਸਾਰਾ ਮੈਂ ਤੁਹਾਡੇ ਸਾਹਮਣੇ ਤਾਂ ਰੱਖਿਆ ਵਾ, ਆਈ ਫਾਈਟ ਇਟ ਆਊਟ। ਅਸੀਂ ਕੋਈ ਕਾਇਰ ਬੰਦੇ ਨਹੀਂ ਕਿ ਅਸੀਂ ਘਬਰਾ ਕੇ ਡਰ ਕੇ ਭੱਜ ਕੇ ਇੱਥੇ ਰਵਾਂਗੇ, ਔਰ ਇਹਨੂੰ ਫੇਸ ਕਰਾਂਗੇ। ਹੁਣ ਵਿੱਚ ਸਟੋਰੀਜ਼ ਦੱਸ ਰਹੇ ਨੇ ਕਿ ਜੀ ਅਸੀਂ ਸਮਨ ਕੀਤਾ ਸੀਗਾ। ਸਮਨ ਦੀ ਗੱਲ ਸੁਣੋ, ਜਦੋਂ ਇਹਨਾਂ ਨੇ ਰੇਡ ਕੀਤਾ ਈਡੀ ਨੇ, ਕਿਉਂਕਿ ਜ਼ਿੰਮੇਵਾਰ ਏਜੰਸੀ ਕਹਿੰਦੀ ਆਪਣੇ ਆਪ ਨੂੰ ਦੇਸ਼ ਦੀ, ਕਿਸੇ ਕੋਲ ਨੈਗੇਟਿਵ ਸਰਟੀਫਿਕੇਟ ਨਹੀਂ ਸੀਗਾ ਕੋਵਿਡ-19, ਕਿਸੇ ਕੋਲ, ਕਿਸੇ ਦੇ ਹੱਥ ਵਿੱਚ ਦਸਤਾਨੇ ਨਹੀਂ ਪਾਏ ਸੀ। ਹਜ਼ਾਰਾਂ ਚੀਜ਼ਾਂ ਛੇੜੀਆਂ, ਕਿਚਨ ਯੂਟੈਂਸਿਲਸ ਤੋਂ ਲੈ ਕੇ ਸਾਡੇ ਘਰ ਵਿੱਚ ਚਾਹ ਪੀਤੀ, ਖਾਣਾ ਖਾਧਾ, ਅਲਮਾਰੀਆਂ ਨੂੰ ਛੇੜਿਆ। ਮੇਰੇ ਬੇਟੀ ਪ੍ਰੈਗਨੈਂਟ ਸੀਗੀ, ਉਹਦਾ ਬੱਚਾ ਬਾਅਦ ਵਿੱਚ ਹੋਇਆ, ਉਹਦੇ ਸਾਰੇ ਕੱਪੜਿਆਂ ਨੂੰ ਛੇੜਿਆ ਅਲਮਾਰੀਆਂ 'ਚ, ਤੇ ਸਾਡੇ ਘਰ ਵਿੱਚ ਕਰੋਨਾ ਦੇ ਗਏ। ਮੇਰਾ 2 ਪੀਐਸਓਸ, ਇੱਕ ਪੀਐਸਓ ਹਰਜੀਤ ਸਿੰਘ, ਇੱਕ ਪੀਐਸਓ ਓਮਕਾਰ ਸਿੰਘ। ਇੱਕ ਚੰਡੀਗੜ੍ਹ ਵਾਲਾ ਕੋਵਿਡ ਪੋਜ਼ਿਟਿਵ ਹੋ ਗਿਆ, ਬਿਮਾਰ ਪਿਆ ਵਿਚਾਰਾ, ਉਹਦੇ ਲੰਗਸ 'ਚੋਂ ਖੂਨ ਆ ਰਿਹਾ ਵਾ। ਇੱਕ ਮੇਰਾ ਜਿਹੜਾ ਪਿੰਡ ਜਿਹਨੇ ਇਹਨਾਂ ਨੂੰ ਰੋਟੀ ਖਵਾਈ, ਇੱਕ ਉਹ ਪੋਜ਼ਿਟਿਵ ਆ ਗਿਆ। ਸਾਨੂੰ ਸਮਨ ਆਇਆ, ਮੈਂ ਕਿਹਾ ਡੂ ਯੂ ਵਾਂਟ ਅਸ ਟੂ ਕਮ ਵਿਦਆਊਟ ਗੈਟਿੰਗ ਆਵਰ ਕੋਵਿਡ ਟੈਸਟ ਡਨ? ਇਫ ਯੂ ਵਾਂਟ ਵਿਲ ਕਮ। ਕਹਿੰਦੇ ਨਹੀਂ ਆਇਆ, ਤੁਸੀਂ ਆਪਣੇ ਕਾਗਜ਼ ਕਿਸੇ ਰਿਟੇਨਰ ਦੇ ਰਾਹੀਂ ਜਿਹੜੇ ਡਾਕੂਮੈਂਟ ਸਾਨੂੰ ਮੰਗੇ, ਲਿਸਟਾਂ ਭੇਜੀਆਂ। ਉਹਨਾਂ ਨੇ 3 ਨੋਟਿਸ ਕੱਢੇ ਸੀਗੇ, ਮੈਨੂੰ ਤੇ ਮੇਰੇ ਪੀਏ ਨੂੰ, ਮਨੀਸ਼ ਨੂੰ, ਇੱਕ ਮੇਰੇ ਸਨ-ਇਨ-ਲਾ ਨੂੰ, ਤਿੰਨਾਂ ਨੂੰ ਸਮਨ ਕੀਤਾ ਸੀਗਾ। ਤਿੰਨਾਂ ਨੇ ਜੋ ਡਾਕੂਮੈਂਟਸ ਮੰਗੇ ਸੀ, ਉਹ ਸਾਰੇ ਡਾਕੂਮੈਂਟਸ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰਕੇ ਆਥੋਰਾਈਜ਼ਡ ਪਰਸਨ ਦੇ ਥਰੂ, ਜਿਹੜਾ ਇਹਨਾਂ ਦਾ ਦਿੱਲੀ ਖਾਨ ਮਾਰਕੀਟ ਦੇ ਵਿੱਚ ਈਡੀ ਦਾ ਦਫ਼ਤਰ, ਉੱਥੇ ਜਾ ਕੇ ਅਸੀਂ ਜਮ੍ਹਾਂ ਕਰਵਾਇਆ ਹੈ। Therefore, I want to say ਕਿ ਅਸੀਂ law abiding ਹੈ,
We are not only law-abiding, we are also God-fearing. We never do anything wrong like this, which is blatantly illegal or illegitimate. ਸਾਡਾ ਮੇਰੇ ਖਾਨਦਾਨ ਦਾ ਪਿਛੋਕੜ ਹੈ। ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਅੱਜ ਦੁਨੀਆ 'ਚ ਨਹੀਂ ਗਏ। ਉਹਨਾਂ ਨੇ ਦਰਬਾਰ ਸਾਹਿਬ ਦੀ ਪੁਲਿਸ ਭੇਜੀ ਸੀ, ਬਰਨਾਲਾ ਸਾਹਿਬ ਦੀ ਸਰਕਾਰ ਨੇ। ਉਹ ਉਸ ਵੇਲੇ ਵਜ਼ਾਰਤ ਨੂੰ ਠੁੱਡਾ ਮਾਰਿਆ ਸੀ। ਕੈਪਟਨ ਅਮਰਿੰਦਰ ਸਿੰਘ ਤੇ ਮੇਰੇ ਪਿਤਾ ਜੀ ਉਸ ਵੇਲੇ 1985 ਚ ਅਕਾਲੀ ਦਲ ਦੀ ਸਰਕਾਰ ਵਿੱਚ ਮਿਨਿਸਟਰ ਸੀਗੇ ਤੇ ਜਦੋਂ ਪੁਲਿਸ ਐਂਟਰੀ ਕੀਤੀ 86 ਵਿੱਚ ਬਰਨਾਲਾ ਸਾਹਿਬ ਦੀ ਸਰਕਾਰ ਨੇ, ਅਸੀਂ ਆਪਣੀ ਵਜ਼ਾਰਤ ਛੱਡ ਦਿੱਤੀ। ਮੇਰੇ ਪਿਤਾ ਜੀ ਨੇ ਘੱਟੋ ਘੱਟ 6-7 ਸਾਲ ਐਮਰਜੈਂਸੀ ਤੋਂ ਲੈ ਕੇ ਹਰ ਜ਼ੁਲਮ ਦੇ ਖਿਲਾਫ ਕੈਦਾਂ ਕੱਟੀਆਂ ਨੇ, ਨੈਸ਼ਨਲ ਸਿਕਿਉਰਿਟੀ ਐਕਟ ਦੇ ਅਧੀਨ ਡਿਟੈਂਸ਼ਨਸ ਕੱਟੀਆਂ ਨੇ, ਸਜ਼ਾ ਨਹੀਂ ਹੋਈ ਕੋਈ। ਅਸੀਂ ਤਾਂ ਲੜਨ ਪਿੰਡ ਵਾਲੇ ਆਦਮੀ ਆ ਔਰ ਅਸੀਂ ਕੋਈ ਨਾ ਕਦੀ ਜ਼ਿੰਦਗੀ 'ਚ ਇਸ ਤਰ੍ਹਾਂ ਦਾ ਕੰਮ ਗਲਤ ਕੀਤਾ ਵਾ। Opposition ਵਿੱਚ ਰਿਹਾ ਸਦਾ। I have never been in office. I have never been any a place where I could have earned money. ਮੈਨੂੰ ਕੱਲ ਨੂੰ ਮੌਕਾ ਵੀ ਮਿਲੇਗਾ, ਮੈਂ ਜ਼ਿੰਦਗੀ 'ਚ ਕਹਿਣਾ ਚਾਹੁੰਦਾ ਕਿ ਕਦੀ ਵੀ ਨਹੀਂ ਕਰਾਂਗੇ, ਕਦੀ ਨਹੀਂ, ਕਿਉਂਕਿ ਸਾਡਾ ਕੰਮ ਇਹ ਨਹੀਂਗਾ। We are here to serve the people, not to loot the people. ਜਿਨ੍ਹਾਂ ਨੇ ਲੁੱਟਿਆ ਵਾ, ਜਿਨ੍ਹਾਂ ਨੇ ਹੋਟਲ ਬਣਾਏ ਨੇ, ਬੱਸਾਂ ਬਣਾਈਆਂ ਨੇ, 7 ਸਿਤਾਰੇ ਹੋਟਲ ਬਣਾਏ ਨੇ, ਉਹਨਾਂ ਦੇ ਖਿਲਾਫ ਤਾਂ ਈਡੀ ਜੁੱਧ ਵੀ ਨਹੀਂ ਕਰਦੀ। ਬੜੇ ਵੱਡੇ ਨਾਮ ਨੇ ਪੰਜਾਬ ਦੇ ਰੀਅਲ ਐਸਟੇਟ ਬੈਰਨਸ, ਪੋਲੀਟੀਸ਼ੀਅਨਸ, ਵੱਡੀਆਂ ਸ਼ੂਗਰ ਮਿਲਾਂ ਦੇ ਮਾਲਕ, ਵੱਡੀਆਂ ਡਿਸਟਿਲਰੀਆਂ ਦੇ ਮਾਲਕ, ਉਹਨਾਂ ਦੇ ਖਿਲਾਫ ਤਾਂ ਈਡੀ ਕੋ ਜਾਂਦੀ ਨਹੀਂ ਹੈਗੀ। ਸੁਖਪਾਲ ਸਿੰਘ ਖਹਿਰਾ ਜੋ ਚੁਣਿਆ ਗਿਆ ਵਾ, ਸਿੰਪਲ ਆਨਸਰ ਟੂ ਦਿਸ ਕੁਐਸਚਨ ਇਜ਼ that because we are vocal, as I oppose BJP tooth and nail and will continue to do so. ਉਹਨਾਂ ਨੇ ਕਿਹਾ ਇਹਨੂੰ ਟਾਰਗੇਟ ਕਰੋ, ਇਹਨੂੰ ਫੜ ਕੇ ਜਲੀਲ ਕਰ ਦਿਓ, ਬਦਨਾਮ ਕਰ ਦਿਓ, ਬਾਕੀ ਵੀ ਡਰ ਜਾਣਗੇ। ਇਹ ਬਾਕੀਆਂ ਨੂੰ ਵੀ ਡਰਾਉਂਦੇ ਨੇ ਬਾਈ ਦ ਵੇ। ਔਰ ਮੈਂ ਰਿਣੀ ਆ ਪੰਜਾਬ ਵਿਧਾਨ ਸਭਾ ਦੇ ਸਮੂਹ ਪਾਰਟੀਆਂ ਦੇ ਮੈਂਬਰਸ ਦਾ, ਜਿਨ੍ਹਾਂ ਨੇ ਸਾਡੇ ਹੱਕ ਵਿੱਚ ਹਾਂ ਦਾ ਨਾਰਾ ਮਾਰ ਕੇ ਮਤਾ ਪਾਸ ਕਰਕੇ ਸਾਡੀ ਸਪੋਰਟ ਕੀਤੀ। ਸੋ ਦਿਸ ਵਾਸ ਦ ਸਟੋਰੀ ਦੈਟ ਆਈ ਵਾਂਟਡ ਟੂ ਸ਼ੇਅਰ ਵਿਦ ਯੂ। ਔਰ ਆ ਸਾਰਾ ਡਾਕੂਮੈਂਟ 6-7 ਪੇਜ ਦੇ, ਬਾਕੀ ਸਾਰਾ ਬੋਗਸ ਹੈ। ਔਰ ਮੈਂ ਇਹ ਵੀ ਕਹਿਣਾ ਚਾਹੁੰਦਾ, ਸਾਨੂੰ ਤਾਂ ਡਰਾਉਂਦੇ ਨੇ। ਇਹ ਜੁਡੀਸ਼ਰੀ ਦੇ ਉੱਤੇ ਵੀ ਐਡਵਰਸ ਇੰਪੈਕਟ ਪਾਉਂਦੇ ਨੇ ਇਦਾਂ ਦੀ ਕਹਾਣੀਆਂ ਬਣਾ ਕੇ ਕਿ ਜੀ ਡਰੱਗ ਨੂੰ ਨਹੀਂ ਚੱਲੇਗਾ। ਦੱਸਿਆ ਕਿਤੇ ਨਹੀਂਗਾ ਕਿੱਥੋਂ ਆਇਆ, ਗੱਡੀਆਂ ਦੇ ਦਿੱਤੀਆਂ, ਗੱਡੀ ਦਾ ਨੰਬਰ ਵੀ ਨਹੀਂ ਦਿੱਤਾ ਕਿਹੜੀ ਗੱਡੀ ਹੈ, ਇੰਨੇ ਪੈਸੇ ਟ੍ਰਾਂਜੈਕਸ਼ਨ ਹੋ ਗਈ। ਦੱਸਿਆ ਨਹੀਂਗਾ ਕਿ ਇਹਦੇ ਵਿੱਚ ਸਾਡੇ ਲੋਨ ਦੀਆਂ ਐਗਰੀਕਲਚਰ ਲਿਮਿਟਸ ਦਾ ਵੀ ਕ੍ਰੈਡਿਟ ਆ। ਜਦੋਂ ਮੈਨੂੰ ਲਿਮਿਟ ਮਿਲਦੀ 1 ਕਰੋੜ ਰੁਪਇਆ, ਫਰਜ਼ ਕਰੋ ਉਹ ਮੇਰੇ ਖਾਤੇ ਵਿੱਚ 1 ਕਰੋੜ ਰੁਪਇਆ ਬੈਂਕ ਪਾਊਗਾ ਤਾਂ ਮੈਂ ਲਿਮਿਟ ਲਊਂਗਾ ਨਾ ਉਸ ਤੋਂ। ਉਸ ਨੂੰ ਮੈਂ ਰੈਗੂਲਰਲੀ ਯੂਜ਼ ਕਰਦਾ ਰਹਿਣਾ, ਜਦੋਂ ਖਤਮ ਹੋ ਜਾਂਦੀ ਹੈ I have to keep on paying the interest regularly. Is that an offense? Is this money laundering? Money laundering ਹੁੰਦੀ ਆ ਸੈਂਕੜੇ ਹਜ਼ਾਰਾਂ ਕਰੋੜਾਂ ਨੂੰ ਆਫਸ਼ੋਰ ਅਕਾਊਂਟਸ ਰਾਹੀਂ ਘੁਮਾਉਣਾ, ਇਦਾਂ ਦੇਸ਼ਾਂ ਵਿਦੇਸ਼ਾਂ ਵਿੱਚ, ਕੈਰੇਬੀਅਨ ਆਈਲੈਂਡਸ ਵਿੱਚ, ਦੁਬਈ ਦੇ ਵਿੱਚ ਲੈ ਜਾ ਕੇ ਪੈਸਾ, ਸਵਿਟਜ਼ਰਲੈਂਡ ਦੇ ਬੈਂਕਾਂ ਵਿੱਚ ਘੁਮਾ ਕੇ ਪੈਸਾ, ਉਹਨੂੰ ਕਾਲੇ ਨੂੰ ਚਿੱਟਾ ਕਰਕੇ ਜਦੋਂ ਵਾਪਸ ਲੈ ਕੇ ਤਾਂ ਉਹਨੂੰ ਕਹਿੰਦੇ ਨੇ ਮਨੀ ਲਾਂਡਰਿੰਗ। ਨਾਟ ਯੋਰ ਪਰਸਨਲ ਅਕਾਊਂਟਸ। ਜਿਹੜੇ ਪਰਸਨਲ ਅਕਾਊਂਟਸ ਮੈਂ ਉਹਨਾਂ ਦੇ ਉੱਤੇ ਮੈਂ ਆਪਣੇ ਪਰਸਨਲ ਅਕਾਊਂਟਸ ਵਿੱਚੋਂ ਮਨੀ ਲਾਂਡਰਿੰਗ ਕਰੂੰਗਾ? ਆਪਣੇ ਪਰਸਨਲ ਅਕਾਊਂਟਸ ਵਿੱਚੋਂ ਕੋਈ ਮਨੀ ਲਾਂਡਰਿੰਗ ਕਰਦਾ ਹੁੰਦਾ? ਹੋ ਸਕਦੀ ਹੈ, ਕੁਛ ਨਹੀਂ ਲੱਭਾ। ਤੇ ਹੁਣ ਸਾਰਾ ਇੱਕ ਵਿਲੀਫਿਕੇਸ਼ਨ ਕੈਂਪੇਨ, ਇੱਕ ਵਿਸ਼ੀਅਸ ਪ੍ਰੋਪੇਗੈਂਡਾ ਅਗੇਂਸਟ ਮੀ, ਜਸਟ ਐਂਡ ਆਲਸੋ ਦਿਸ ਟਾਈਮਿੰਗ ਆਫ ਦ ਰੇਟ ਸ਼ੋਜ਼ ਇਹ ਸਾਰੇ ਤਿਲ ਮਿਲਾਏ ਹੋਏ ਨੇ, ਘਬਰਾਉਂਦੇ ਨੇ। ਔਰ ਮੈਨੂੰ, ਮੈਂ ਕਹਿੰਦਾ ਉਸ ਵਾਹਿਗੁਰੂ ਦਾ ਮੈਂ ਧੰਨਵਾਦ ਕਰਦਾ ਕਿ ਸਾਡੀ ਆਵਾਜ਼ ਤੋਂ ਇੰਨੇ ਡਰਦੇ ਨੇ। ਇਹਨਾਂ ਨੇ ਸਾਰੇ ਪੰਜਾਬ ਦੀ 3.25 ਕਰੋੜ ਆਬਾਦੀ ਚ ਕੋਈ ਨਹੀਂ ਚੱਕਿਆ, ਹੋਰ ਸਿਰਫ ਖਹਿਰੇ ਨੂੰ ਟਾਰਗੇਟ ਕੀਤਾ। ਔਰ ਮੈਨੂੰ ਦੁਨੀਆ ਭਰ ਚੋਂ ਮੈਂ ਉਹਨਾਂ ਦਾ ਧੰਨਵਾਦ ਕਰਦਾ, ਸਾਰੀ ਦੁਨੀਆ ਦਾ। ਮੈਂ ਕਹਿੰਦਾ ਕਿ ਵਿਦੇਸ਼ਾਂ ਚੋਂ ਇੱਥੇ ਬਜ਼ੁਰਗਾਂ ਨੇ, ਔਰਤਾਂ ਨੇ, ਨੌਜਵਾਨਾਂ ਨੇ, ਸਾਰਿਆਂ ਨੇ ਕਿਹਾ ਜਦੋਂ ਤੈਨੂੰ ਲੋੜ ਪਈ ਸੀ ਤੇਰੇ ਨਾਲ ਹੀ ਖੜੇ ਆ, ਕਿਉਂਕਿ ਸਾਨੂੰ ਪਤਾ ਵਾ ਕਿ ਤੂੰ ਬੇਗੁਨਾਹ ਵਾ। ਦਿਸ ਇਜ਼ ਦ ਸਪੋਰਟ ਦੈਟ ਆਈ ਹੈਵ ਗॉट ਇਨ ਅ ਵੇ। ਦੇ ਹੈਵ ਡਨ ਮੀ ਫੇਵਰ। ਇਹਨਾਂ ਦੀ ਆਦਤ ਹੈ ਸਰਕਾਰਾਂ ਦੀ, ਹਰ 4-6 ਮਹੀਨੇ ਬਾਅਦ ਵੀ ਉਹਨਾਂ ਨੇ 5-4 ਕਰੋੜ ਰੁਪਏ ਦੀ ਫ੍ਰੀ ਪਬਲਿਸਿਟੀ ਦੇਣੀ ਹੁੰਦੀ ਹੈ, ਉਹ ਦੇਈ ਜਾਂਦੇ ਨੇ। ਤੇ ਮੈਂ ਆਪਣਾ ਕੰਮ ਜਿੱਥੇ ਖੜਾ ਹਾਂ ਉੱਥੇ ਖੜਾ, ਲੜੀ ਵੀ ਜਾਊਂਗਾ ਆਉਣ ਵਾਲੇ ਸਮੇਂ 'ਚ। ਇਹ ਮੈਂ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਕਰਨਾ ਜੀ। ਕੋਈ ਸਵਾਲ ਪੁੱਛਣਾ ਤਾਂ ਪੁੱਛ ਸਕਦੇ। ਖਬਰਾਂ ਲੱਗੀਆਂ ਤੁਹਾਡੇ ਬਾਰੇ ਵੀ ਕਾਂਗਰਸ 'ਚ ਜਾਣਾ ਹੈ, ਉਹਦੇ ਬਾਰੇ ਕੀ ਕਹਿਣਾ? ਇਦਾਂ ਦੀ ਖਬਰਾਂ ਤਾਂ ਪਿਛਲੇ 3 ਸਾਲ ਤੋਂ ਲੱਗੀ ਜਾਂਦੀਆਂ। ਇਟਸ ਆਲ ਮੀਡੀਆ ਸਪੈਕੂਲੇਸ਼ਨ। ਕੋਈ ਪਲਾਨ ਨਹੀਂ? ਫਿਰ ਤੁਹਾਡਾ ਅਗਲਾ ਪਲਾਨ ਕੀ ਹੋਏਗਾ? ਕਿਉਂਕਿ ਚੋਣਾਂ ਦਾ ਸਾਲ ਹੈ। ਪਹਿਲਾਂ ਮੈਂ ਈਡੀ ਸੰਭਾਲ ਲਵਾਂ, ਫਿਰ ਕਿਸਾਨ ਅੰਦੋਲਨ ਨੂੰ ਥੋੜਾ ਜਿਹਾ ਦੇਖ ਲਵਾਂ, ਤੇ ਫਿਰ ਤੁਹਾਨੂੰ ਦੱਸਾਂਗੇ। ਠੀਕ ਹੈ ਜੀ। ਹਾਲੇ ਤੱਕ ਸਰ ਕਾਂਗਰਸ 'ਚ ਜਾਣ ਦਾ ਕੋਈ ਇਰਾਦਾ ਤਾਂ ਨਹੀਂ ਵੈਸੇ ਜੀ? 22 ਦੀ ਇਲੈਕਸ਼ਨ ਤੋਂ ਪਹਿਲਾਂ ਮੀਡੀਆ ਸਪੈਕੂਲੇਸ਼ਨ। ਆਈ ਟੋਲਡ ਯੂ।